हेलो दोस्तों, वेलकम टू सिद्धि पंजाब एक्सक्लूसिव वीडियोज़ ਦੀ ਇਸ ਸੀਰੀਜ਼ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਐਜ਼ ਯੂ ਆਰ ਆਲ ਅਵੇਅਰ, ਇਨ ਦਿਸ ਸੀਰੀਜ਼ ਵੀ ਆਰ ਡਿਸਕਸਿੰਗ all the topics that are very important with respect to Punjab PCS examination, स्पैशली पंजाब ਦੀ ਹਿਸਟਰੀ ਨਾਲ, ਪੰਜਾਬ ਦੇ ਕਲਚਰ ਨਾਲ ਰਿਲੇਟਡ ਜਿਹੜੇ ਟੌਪਿਕਸ ਹੈ ਉਹ ਆਪਾਂ ਇਸ ਡਿਸਕਸ਼ਨ 'ਚ ਇਸ ਸੈਟਰਡੇ ਵੀਡੀਓਜ਼ 'ਚ ਡਿਸਕਸ ਕਰਦੇ ਹਾਂ। ਅਤੇ ਅੱਜ ਦਾ ਆਪਣਾ ਟੌਪਿਕ ਇਹੋ ਇੱਕ ਇੰਪੋਰਟੈਂਟ ਟੌਪਿਕ ਵਿਦ ਰਿਸਪੈਕਟ ਟੂ ਪੰਜਾਬ ਹਿਸਟਰੀ ਇਜ਼ ਦਲ ਖਾਲਸਾ। ਬਹੁਤ ਇੰਪੋਰਟੈਂਟ topic. You keep hearing about this when you read your Punjab books or all the stuff related to Punjab history. Dal Khalsa is a very important topic that reappears, and a question on this in prelims or mains exam is highly expected. ठीक है जी। ਤਾਂ ਦਲ ਖਾਲਸਾ ਕੀ ਹੈ, ਕਿਵੇਂ ਇਹਦਾ ਓਰੀਜਨ ਹੋਇਆ, ਇਹਦੇ ਕੰਪੋਨੈਂਟਸ ਕਿਆ ਹੈ, ਉਹ ਸਭ ਇਸ ਵੀਡੀਓ 'ਚ ਡਿਸਕਸ ਕਰਾਂਗੇ। ਬਸ ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਵਿਦ ਐਜ਼ ਮਨੀ ਸਟੂਡੈਂਟਸ ਐਜ਼ ਯੂ ਕੈਨ। ਅਤੇ ਜਿਵੇਂ ਕਿ ਮੈਂ ਟੈਲੀਗ੍ਰਾਮ ਗਰੁੱਪ 'ਚ ਵੀ ਦੱਸਿਆ ਹੈ ਦੈਟ ਵੀ ਹੈਵ ਐਕਸਟੈਂਡਡ ਦ ਡਿਸਕਾਊਂਟ ਆਫਰ ਔਨ ਦ ਰਿਕੁਐਸਟ ਆਫ ਮੈਨੀ ਸਟੂਡੈਂਟਸ ਕਿ ਟੈਸਟ ਸੀਰੀਜ਼ 'ਤੇ ਉਹਨਾਂ ਨੇ ਹਜੇ ਵੀ ਅਪਲਾਈ ਕਰਨਾ ਹੈ। ਦੇ ਵਾਂਟ ਟੂ ਐਨਰੋਲ ਫॉर द ਟੈਸਟ ਸੀਰੀਜ਼ ਐਂਡ ਦੇ ਵਾਂਟਡ ਦ ਡਿਸਕਾਊਂਟ ਪੀਰੀਅਡ ਟੂ ਬੀ ਐਕਸਟੈਂਡਡ, ਤਾਂ ਅਸੀਂ ਐਕਸਟੈਂਡ ਵੀ ਕਰ ਦਿੱਤਾ ਹੈ। ਸੋ ਪਲੀਜ਼ ਮੇਕ ਫੁੱਲ ਯੂਜ਼ ਆਫ ਦੀ ਫੈਸਿਲਿਟੀ ਦੈਟ ਇਜ਼ ਅਵੇਲੇਬਲ ਐਂਡ enroll for the test series, and we will be providing you lot of stuff in the test series course. You will be able to learn a lot about the art of answering in prelims examination, so do not miss it, right? So let's start the topic. ਦਲ ਖਾਲਸਾ ਦੇਖੋ, ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓਜ਼ 'ਚ ਵੀ ਇਹ ਬੈਕਗਰਾਊਂਡ ਸਮਝਾਇਆ ਹੈ। ਅਗਰ ਤੁਸੀਂ ਸਿੱਖ ਹਿਸਟਰੀ ਜਾਂ ਪੰਜਾਬ ਦੀ ਹਿਸਟਰੀ ਦੇਖਣੀ ਹੋਵੇ, ਸਪੈਸ਼ਲੀ ਦ ਹਿਸਟਰੀ ਆਫ ਮਾਡਰਨ ਪੀਰੀਅਡ, ਤਾਂ ਤੁਸੀਂ ਕਹਿ ਸਕਦੇ ਹੋ ਗੁਰੂ ਪੀਰੀਅਡ ਜਿਹੜਾ ਹੈ ਉਹ ਸਭ ਤੋਂ ਇੰਪੋਰਟੈਂਟ ਫਸਟ ਏਰਾ ਸੀ ਪੰਜਾਬ ਦੀ ਹਿਸਟਰੀ ਵਿੱਚ। ਗੁਰੂ ਪੀਰੀਅਡ ਦਾ ਕਹਿਣ ਦਾ ਮਤਲਬ ਕੀ ਹੈ, ਸਾਡੇ ਫਸਟ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਬਾਅਦ 10 ਗੁਰੂਆਂ ਦੇ ਪੀਰੀਅਡ ਨੂੰ, ਉਹਨਾਂ ਸਭ ਈਅਰਸ ਨੂੰ, ਜਦ ਪੰਜਾਬ ਵਿੱਚ ਵੇਰੀਅਸ ਕਾਈਂਡ ਆਫ ਟਰਾਂਸਫੋਰਮੇਸ਼ਨਸ ਆਏ, ਪੰਜਾਬ ਵਿੱਚ ਨਵੇਂ ਰਿਲੀਜਨ ਦੀ ਡਿਵੈਲਪਮੈਂਟ ਹੋਈ, ਨਵਾਂ ਰਿਲੀਜਨ ਮਤਲਬ ਸਿੱਖਿਜ਼ਮ ਦੀ ਡਿਵੈਲਪਮੈਂਟ ਹੋਈ, ਅਤੇ ਕਿਵੇਂ ਪੰਜਾਬ ਦੀ ਸੋਸਾਇਟੀ, ਐਡਮਿਨਿਸਟ੍ਰੇਸ਼ਨ, ਪੋਲਿਟੀ 'ਚ ਚੇਂਜਿਸ ਆਏ, ਉਹਨੂੰ ਸਭ ਨੂੰ ਆਪਾਂ ਮਿਲਾ ਕੇ ਗੁਰੂ ਪੀਰੀਅਡ ਕਹਿ ਸਕਦੇ ਹਾਂ, ਰਾਈਟ। ਸੋ ਇਹ ਗੁਰੂ ਪੀਰੀਅਡ ਜਿਹੜਾ ਸੀ ਪੰਜਾਬ ਲਈ ਕਾਫੀ ਟਰਾਂਸਫੋਰਮੇਸ਼ਨਲ ਸੀ। ਪੰਜਾਬ ਵਿੱਚ ਰਿਲੀਜਨ ਨੂੰ ਬੜਾਵਾ ਮਿਲਿਆ, ਆਰਕੀਟੈਕਚਰ ਨੂੰ ਬੜਾਵਾ ਮਿਲਿਆ, ਨਵੀਂ ਸਿਟੀਜ਼ ਜਿਵੇਂ ਕਿ ਅੰਮ੍ਰਿਤਸਰ, ਅਨੰਦਪੁਰ ਸਾਹਿਬ, ਇਸ ਤਰੀਕੇ ਦੀ ਨੰਬਰ ਆਫ ਸਿਟੀਜ਼ ਐਸਟੈਬਲਿਸ਼ ਹੋਈਆਂ, ਰਾਈਟ। ਤਾਂ ਇਹ ਸਭ ਗੁਰੂ ਪੀਰੀਅਡ ਦੀ ਡਿਵੈਲਪਮੈਂਟ ਸੀ। ਕਹਿਣ ਦਾ ਮਤਲਬ ਹੈ ਕਿ ਗੁਰੂ ਪੀਰੀਅਡ ਵਿੱਚ ਕਾਫੀ ਜ਼ਿਆਦਾ ਪੰਜਾਬ ਨੇ, ਸਿੱਖ ਧਰਮ ਨੇ ਤਰੱਕੀ ਕੀਤੀ, ਰਾਈਟ। ਬਟ ਆਪਾਂ ਦੇਖਦੇ ਹਾਂ ਕਿ ਉਸ ਟਾਈਮ 'ਤੇ ਮੇਨ ਐਂਪਰਰ ਜਿਹੜੇ ਸੀ ਆਪਣੇ ਇੰਡੀਆ ਦੇ, ਭਾਰਤ ਦੇ ਵਿੱਚ ਜਿਹੜੇ ਰਾਜ ਕਰ ਰਿਹਾ ਸੀ, ਉਹ ਸੀ ਮੁਗਲਸ, ਰਾਈਟ। ਅਤੇ ਮੁਗਲਸ ਨੂੰ ਇਹ ਕਦੀ ਵੀ ਰਾਸ ਨਹੀਂ ਆਉਂਦਾ ਸੀ ਕਿ ਉਹਨਾਂ ਦੇ ਅੰਡਰ ਕੋਈ ਹੋਰ ਡੋਮੀਨੈਂਟ ਸਟੇਟ ਜਿਹੜੀ ਹੈ ਉਤਪੰਨ ਹੋ ਕੇ ਆਵੇ। ਜਿਵੇਂ ਕਿ ਦੇ ਡਿਡ ਨਾਟ ਲਾਈਕ ਮਰਾਠਾਸ, ਦੇ ਡਿਡ ਨਾਟ ਲਾਈਕ ਪੇਸ਼ਵਾਸ, ਤਾਂ ਉਹਨਾਂ ਦੀ ਲੜਾਈ ਸ਼ਿਵਾਜੀ ਨਾਲ ਵੀ ਰਹਿੰਦੀ ਸੀ, ਮਰਾਠਿਆਂ ਨਾਲ ਵੀ ਰਹਿੰਦੀ ਸੀ, ਮਾਇਸੋਰ ਦੇ ਟਿੱਪੂ ਸੁਲਤਾਨ ਨਾਲ ਵੀ ਬ੍ਰਿਟਿਸ਼ ਹੋਰਿਆਂ ਦੀ ਲੜਾਈ ਸੀ। ਤਾਂ ਕਹਿਣ ਦਾ ਮਤਲਬ ਇਹ ਹੈ ਮੁਗਲਸ, ਬ੍ਰਿਟਿਸ਼ ਕਹਿ ਗਈ ਮੈਂ, ਮੁਗਲਸ ਜਿਹੜੇ ਸੀਗੇ ਉਹ ਆਪਦੇ ਸਟੇਟ ਦੇ ਵਿੱਚ ਸਟੇਟ ਬਣਨਾ ਅਲਾਓ ਨਹੀਂ ਕਰਦੇ ਸੀ। ਅਗਰ ਕੋਈ ਇਹੋ ਜਿਹਾ ਕੋਈ ਵੀ ਇੰਡੀਵਿਜੂਅਲ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਆਪਦਾ ਰਾਜ ਸਟਰੈਂਥਨ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹਨਾਂ ਨੂੰ ਮੁਗਲਸ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹ ਸੇਮ ਹੀ ਸਿੱਖ ਧਰਮ ਅਤੇ ਸਿੱਖ ਗੁਰੂਸ ਨਾਲ ਵੀ ਹੋਇਆ। ਜਦੋਂ ਹੀ ਸਿੱਖ ਧਰਮ ਜਿਹੜਾ ਹੈ ਆਪਦੇ ਰੂਟਸ ਫੜਨ ਲੱਗ ਗਿਆ, ਮੁਗਲਸ ਜਿਹੜੇ ਸੀ ਤੁਸੀਂ ਕਹਿ ਸਕਦੇ ਹੋ ਇਨਸਿਕਿਓਰ ਹੋਣ ਲੱਗ ਗਏ, ਰਾਈਟ। ਇੱਕ ਤਾਂ ਇਹਨਾਂ ਦਾ ਧਰਮ ਸੀ ਇਸਲਾਮ, ਦੇ ਵਾਂਟਡ ਟੂ ਸਪਰੈਡ ਇਸਲਾਮ ਐਂਡ ਦੀ ਟੀਚਿੰਗਸ ਆਫ ਇਸਲਾਮ, ਦੇ ਡਿਡ ਨਾਟ ਵਾਂਟ ਸਿੱਖਿਜ਼ਮ ਟੂ ਕਾਊਂਟਰ ਦੀ ਇਨਫਲੂਐਂਸ ਆਫ ਇਸਲਾਮ, ਠੀਕ ਹੈ ਜੀ। ਫਰਸਟਲੀ ਰਿਲੀਜੀਅਸ ਰੀਜਨ, ਸੈਕਿੰਡਲੀ ਦੇ ਆਲਸੋ ਡਿਡ ਨਾਟ ਵਾਂਟ ਕਿ ਇਹਨਾਂ ਦੇ ਰੂਲ ਦੇ ਅੰਡਰ ਕੋਈ ਸੈਕਿੰਡ ਪਾਵਰਫੁਲ ਰੂਲਰ ਜਾਂ ਸਟੇਟ ਇਮਰਜ ਹੋ ਕੇ ਆਏ, ਜਿਵੇਂ ਕਿ ਸਿੱਖਿਜ਼ਮ ਗੁਰੂ ਪੀਰੀਅਡ ਦੇ ਅੰਦਰ ਇਮਰਜ ਹੋ ਕੇ ਆ ਰਹੀ ਸੀ। ਐਂਡ ਦੈਟ ਇਜ਼ ਵਾਈ ਵੀ ਸਟਾਰਟਡ ਵਿਟਨਸਿੰਗ ਲੋਟ ਆਫ ਐਟਰੋਸਿਟੀਜ਼ ਫਰੋਮ ਦੀ ਮੁਗਲ ਸਾਈਡ। ਸਾਡੇ 5ਵੇਂ ਗੁਰੂ ਅਰਜਨ ਦੇਵ ਜੀ ਮੁਗਲ ਦੇ ਹੱਥੋਂ ਮਾਰਟਿਰ ਹੋਏ ਸੀ। ਉਹ ਤੋਂ ਬਾਅਦ 9th ਗੁਰੂ ਤੇਗ ਬਹਾਦਰ ਜੀ ਵੀ ਮੁਗਲਾਂ ਦੇ ਹੱਥੋਂ ਹੀ ਮਾਰਟਿਰ ਹੋਏ ਸੀ, ਅਤੇ 10ਵੇਂ ਗੁਰੂ ਅਤੇ ਉਹਨਾਂ ਦੇ ਸਾਹਿਬਜ਼ਾਦੇ ਵੀ ਮੁਗਲਸ ਦੇ ਇਨਫਲੂਐਂਸ ਕਰਕੇ ਹੀ ਮਾਰਟਿਰ ਹੋ ਗਏ ਸੀ, ਰਾਈਟ। ਸੋ ਜਦੋਂ 10th ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਇਆ ਸੀ, ਉਸ ਤੋਂ ਬਾਅਦ ਉਹਨਾਂ ਨੇ ਆਪਦੀ ਗੁਰੂ ਲਾਈਨ ਨੂੰ ਖ਼ਤਮ ਕਰ ਦਿੱਤਾ ਸੀ, ਅਤੇ ਉਹਨਾਂ ਨੇ ਕਿਹਾ ਕਿ ਹੁਣ ਸਿੱਖਾਂ ਦੀ, ਸਿੱਖ ਧਰਮ ਦੀ ਰਖਵਾਲੀ ਅਤੇ ਗਾਈਡੈਂਸ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਹੀ ਕਰੇਗਾ, ਰਾਈਟ। ਸੋ ਉਸ ਤੋਂ ਬਾਅਦ ਤੁਸੀਂ ਸਮਝ ਲਓ ਕਿ ਸਿੱਖ ਧਰਮ ਦਾ ਕੋਈ ਲੀਡਰ ਨਹੀਂ ਸੀ
ਜਸਟ ਬਰੀਫ ਪੀਰੀਅਡ ਲਈ ਤੁਸੀਂ ਕਹਿ ਸਕਦੇ ਹੋ ਬੰਦਾ ਸਿੰਘ ਬਹਾਦਰ ਇੱਕ ਬਹੁਤ ਵੱਡੇ ਲੀਡਰ ਦੀ ਤਰ੍ਹਾਂ ਇਮਰਜ ਹੋ ਕੇ ਆਏ। ਉਹਨਾਂ ਨੇ ਫਿਰ ਤੋਂ ਗੁਰੂ ਸਾਹਿਬਾਨ ਦੀ ਤਰ੍ਹਾਂ he tried to protect the rights, the lives of Sikhs in the Punjab region। ਠੀਕ ਹੈ, ਤੇ ਤੁਸੀਂ ਕਹਿ ਸਕਦੇ ਹੋ ਕਿ ਗੁਰੂ ਪੀਰੀਅਡ ਤੋਂ ਬਾਅਦ ਬੰਦਾ ਸਿੰਘ ਬਹਾਦਰ ਇੱਕ ਇੰਪੋਰਟੈਂਟ ਲੀਡਰ ਸੀ who tried to protect the rights of Sikhs for some time, but again he was also executed by the Mughal rulers। ਠੀਕ ਹੈ ਜੀ, ਇਹਨਾਂ ਨੂੰ ਤੇ ਇਹਨਾਂ ਦੇ 4 ਸਾਲ ਦੇ ਛੋਟੇ ਬੱਚੇ ਨੂੰ ਬਹੁਤ ਹੀ ਖਤਰਨਾਕ ਮੌਤ ਮੁਗਲਾਂ ਨੇ ਦਿੱਤੀ ਸੀ, ਬਿਕੋਜ਼ ਦੇ ਡਿਨਾਈਡ ਟੂ ਕਨਵਰਟ ਟੂ ਇਸਲਾਮ, ਦੇ ਡਿਨਾਈਡ ਟੂ ਗਿਵ ਅਪ ਦੇ ਪ੍ਰਿੰਸੀਪਲਸ ਆਫ ਸਿੱਖਿਜ਼ਮ, ਰਾਈਟ। ਸੋ ਹੁਣ ਇਹ ਤੋਂ ਬਾਅਦ ਪ੍ਰੈਕਟੀਕਲੀ ਤੁਸੀਂ ਕਹਿ ਸਕਦੇ ਹੋ ਕਿ ਸਿੱਖਿਜ਼ਮ ਦਾ ਕੋਈ ਲੀਡਰ ਨਹੀਂ ਸੀ। ਸਿੱਖਸ ਜਿਹੜੇ ਸੀ ਵਿਦਾਊਟ ਗਾਈਡੈਂਸ, ਵਿਦਾਊਟ ਲੀਡਰਸ਼ਿਪ ਸੀ, ਬਟ ਦੇ ਹੈਡ ਟੂ ਫਾਈਟ ਦੀ ਓਪਰੈਸਿਵ ਮੁਗਲ ਰੂਲਰਸ ਜਿਹੜੇ ਆ ਉਹ ਕੰਟੀਨਿਊਸਲੀ ਇਹਨਾਂ ਨੂੰ ਓਪਰੈਸ ਕਰ ਰਹੇ ਸੀ। ਕਨਵਰਜਨਸ, ਰਿਲੀਜੀਅਸ ਕਨਵਰਜਨ ਹੋ ਰਹੀਆਂ ਸੀ। ਜੋ ਇਸਲਾਮ ਧਰਮ ਨੂੰ ਨਹੀਂ ਅਪਣਾਉਂਦਾ ਸੀ ਉਹਨਾਂ ਨੂੰ ਮਾਰਿਆ ਵੀ ਜਾਂਦਾ ਸੀ, ਰਾਈਟ। ਤਾਂ ਇਸੇ ਲਈ ਸਿੱਖਸ ਕਿਆ ਕਰਦੇ ਸੀ, ਸਿੱਖਸ ਨੇ ਆਪਦੀ ਪ੍ਰੋਟੈਕਸ਼ਨ ਕਰਨੀ ਸੀ। ਸੋ ਵਾਟ ਦੇ ਸਟਾਰਟਡ ਗੋਰੀਲਾ ਵਾਰ ਦਾ ਮਤਲਬ ਸਮਝਦੇ ਹੋ, ਰਾਈਟ। ਵੈਨ ਐਵਰ ਦੇਰ ਇਜ਼ ਅ ਸਮੋਲ ਫੋਰਸ ਦੈਟ ਕੈਨੋਟ ਫਾਈਟ ਅ ਬਿਗਰ ਫੋਰਸ, ਦੇ ਟੇਕ ਰਿਕੋਰਸ ਆਫ ਗੋਰੀਲਾ ਫੋਰਸ ਮਤਲਬ ਛੋਟੇ ਗਰੁੱਪਸ ਵਿੱਚ ਜਿਹੜੀ ਹੈ ਇਹ ਡਿਫੈਂਸਿਵ ਫੋਰਸ ਜਿਹੜੀ ਹੈ ਬਟ ਜਾਂਦੀ ਹੈ। ਦੈਨ ਇੱਕੋ ਦਮ ਹੀ ਅਟੈਕ ਕਰਦੇ ਨੇ ਐਂਬੁਸ਼ ਦੀ ਤਰ੍ਹਾਂ, ਫਿਰ ਲੁਕ ਜਾਂਦੇ ਹੈ ਜੰਗਲਾਂ ਵਿੱਚ ਜਾਂ ਸੇਫ ਜਗ੍ਹਾ 'ਤੇ। ਗੋਰੀਲਾ ਵਾਰ ਦਾ ਮਤਲਬ ਹੈ ਕਿ ਇੱਕੋ ਦਮ ਅਟੈਕ ਕਰਨੇ ਛੋਟੇ ਗਰੁੱਪਸ ਦੁਆਰਾ ਔਨ ਅ ਬਿਗਰ ਪਾਵਰਫੁਲ ਪਾਵਰ। ਠੀਕ ਹੈ ਜੀ, ਤਾਂ ਸਿੱਖਸ ਨਾਓ ਰਿਜ਼ੋਰਟਡ ਟੂ ਗੋਰੀਲਾ ਵਾਰਫੇਅਰ ਅਗੇਂਸਟ ਮੁਗਲ ਰੂਲ। ਐਂਡ ਇਹ ਜਿਹੜਾ ਹੈ ਮੁਗਲ ਰੂਲ ਥੋੜ੍ਹੀ ਦੇਰ ਤੱਕ ਇਸ ਗੋਰੀਲਾ ਵਾਰਫੇਅਰ ਨੂੰ ਫਾਈਟ ਕਰਦਾ ਰਿਹਾ, ਬਟ ਫॉर ਲੌਂਗ ਇਟ ਵਾਜ਼ ਨਾਟ ਇਵਨ ਗੁੱਡ ਫॉर ਮੁਗਲ ਰੂਲ। ਦੇ ਵਰ ਆਲਸੋ ਫੈਡ ਅਪ ਵਿਦ ਦੀ ਕੰਟੀਨਿਊਸ ਫਾਈਟ ਦੇ ਵਰ ਇੰਡਲਜਿੰਗ ਇਨ ਵਿਦ ਦੀ ਸਿੱਖ ਰਿਲੀਜਨ ਐਂਡ ਦ ਪੀਪਲ ਫੋਲੋਇੰਗ ਸਿੱਖਿਜ਼ਮ। ਠੀਕ ਹੈ ਜੀ, ਦੇ ਆਲਸੋ ਡਿਡ ਨਾਟ ਵਾਂਟ ਟੂ ਕੰਟੀਨਿਊ ਦਿਸ ਫਿਊਡ ਐਨੀ ਫਰਦਰ। ਸੋ ਜਿਹੜੇ ਮੁਗਲ ਟਾਈਮ ਦੇ ਉਸ ਟਾਈਮ 'ਤੇ ਇੱਕ ਲੀਡਰ ਸੀ ਜਿਨ੍ਹਾਂ ਦਾ ਨਾਮ ਸੀ ਜ਼ਾਕਰੀਆ ਖਾਨ ਬਹਾਦੁਰ, ਇਹਨਾਂ ਨੇ ਜੋ ਪਹਿਲਾਂ ਸਿੱਖਾਂ ਨੂੰ ਮਾਰਦੇ ਸੀ, ਹੁਣ ਇਹਨਾਂ ਨੇ ਸਿੱਖਾਂ ਦੇ ਸਾਹਮਣੇ ਪੀਸ ਨੈਗੋਸੀਏਸ਼ਨ ਦਾ ਪ੍ਰਪੋਜ਼ਲ ਰੱਖਿਆ, ਰਾਈਟ। ਕਿਆ ਪ੍ਰਪੋਜ਼ਲ ਸੀ? ਇਹਨਾਂ ਨੇ ਕਿਹਾ ਕਿ ਤੁਸੀਂ ਸਾਰੀ ਗੋਰੀਲਾ ਵਾਰਫੇਅਰ ਵਗੈਰਾ ਛੱਡ ਦਿਓ, ਵੀ ਵਿਲ ਰਿਕੋਗਨਾਈਜ਼ ਯੋਰ ਰਿਲੀਜਨ, ਵੀ ਵਿਲ ਗਿਵ ਯੂ ਅ ਲੀਡਰ। ਸੋ ਤੁਸੀਂ ਆਪਦਾ ਇੱਕ ਲੀਡਰ ਸਾਡੇ ਸਾਹਮਣੇ ਰੱਖੋ, ਅਸੀਂ ਉਹਨੂੰ ਨਵਾਬ ਦਾ ਟਾਈਟਲ ਦੇਵਾਂਗੇ, ਐਂਡ ਤੁਹਾਨੂੰ ਹਰਮਿੰਦਰ ਸਾਹਿਬ ਦਾ ਵੀ ਅਨਅੰਪੀਡਡ ਐਕਸੈਸ ਮਿਲੇਗਾ। ਮਤਲਬ ਅਸੀਂ ਤੁਹਾਡੇ ਰਿਲੀਜੀਅਸ ਪ੍ਰੈਕਟਿਸਿਸ 'ਚ ਇੰਟਰਫੇਅਰ ਨਹੀਂ ਕਰਾਂਗੇ, ਜਿੰਨੀ ਹੱਦ ਤੱਕ ਹੋ ਸਕਦਾ ਹੈ ਤੁਹਾਡੇ ਧਰਮ ਨੂੰ ਰਿਕੋਗਨਾਈਜ਼ ਕਰਾਂਗੇ, ਤੁਹਾਡੇ ਲੀਡਰ ਨੂੰ ਰਿਕੋਗਨਾਈਜ਼ ਕਰਾਂਗੇ। ਠੀਕ ਹੈ ਜੀ, ਨਵਾਬ ਦਾ ਟਾਈਟਲ ਦੇਵਾਂਗੇ, ਹਰਮਿੰਦਰ ਸਾਹਿਬ ਦਾ ਅਨਅੰਪੀਡਡ ਐਕਸੈਸ ਦੇਵਾਂਗੇ, ਰਾਈਟ। ਅਤੇ ਉਸ ਟਾਈਮ 'ਤੇ ਦੇਖੋ ਸਿੱਖ ਧਰਮ ਦੇ ਮੇਜਰ ਰਿਲੀਜਨ ਇੱਕ ਅਸੈਂਬਲੀ ਜਿੱਥੇ ਸਾਰੇ ਸਿੱਖ ਇਕੱਠੇ ਹੋ ਕੇ ਬਹਿੰਦੇ ਸੀ, ਦੈਟ ਇਜ਼ ਨੋਨ ਐਜ਼ ਸਰਬੱਤ ਖਾਲਸਾ, ਇਹ ਅਸੈਂਬਲੀ ਲੈਂਦੀ ਸੀ। ਸਰਬੱਤ ਖਾਲਸਾ ਨੂੰ ਡਿਟੇਲ ਵਿੱਚ ਲਾਸਟ ਵੀਡੀਓ 'ਚ ਹੀ ਮੈਂ ਡਿਸਕਸ ਕੀਤਾ ਹੈ, ਆਈ ਵਿਲ ਅਟੈਚ ਦੈਟ ਵੀਡੀਓ, ਅਗਰ ਤੁਸੀਂ ਨਹੀਂ ਦੇਖੀ ਆ ਉਹਨੂੰ ਵੀ ਜਾ ਕੇ ਦੇਖੋ, ਰਾਈਟ। ਤੋ ਇਹ ਸਰਬੱਤ ਖਾਲਸਾ ਅਸੈਂਬਲੀ ਹੁੰਦੀ ਸੀ ਸਿੱਖਸ ਦੀ, ਜਿੱਥੇ ਸਾਰੇ ਪ੍ਰਕਾਰ ਦੇ ਸਿੱਖ, ਚਾਹੇ ਉਹ ਕਿਸੇ ਵੀ ਸੈਕਸ਼ਨ ਨੂੰ ਬਿਲੋਂਗ ਕਰਦੇ ਨੇ, ਉਹ ਇੱਥੇ ਆ ਕੇ ਮਿਲਦੇ ਸੀ ਅਤੇ ਸਿੱਖ ਧਰਮ ਨਾਲ ਰਿਲੇਟਡ ਇੰਪੋਰਟੈਂਟ ਡਿਸੀਜਨਸ ਇੱਥੇ ਲਿੱਤੇ ਜਾਂਦੇ ਸੀ। ਤਾਂ ਹੁਣ ਇਸ ਹੀ ਅਸੈਂਬਲੀ ਵਿੱਚ ਜ਼ਾਕਰੀਆ ਖਾਨ ਦੇ ਇਸ ਪੀਸ ਨੈਗੋਸੀਏਸ਼ਨ ਬਾਰੇ ਡਿਸਕਸ਼ਨ ਕੀਤੀ ਗਈ, ਰਾਈਟ। ਇਹ ਸਰਬੱਤ ਖਾਲਸਾ 'ਤੇ ਬੈਠ ਕੇ ਸਾਰੇ ਸਿੱਖਾਂ ਨੇ ਡਿਸਾਈਡ ਕੀਤਾ ਕਿ ਇਹ ਪੀਸ ਦੇ ਪ੍ਰਪੋਜ਼ਲ ਨੂੰ ਐਕਸੈਪਟ ਕਰਨਗੇ, ਅਤੇ ਕਪੂਰ ਸਿੰਘ ਨਾਮ ਦੇ ਇੰਡੀਵਿਜੂਅਲ ਨੂੰ ਇਹਨਾਂ ਨੇ ਆਪਦਾ ਲੀਡਰ ਉਸ ਟਾਈਮ 'ਤੇ ਘੋਸ਼ਿਤ ਕੀਤਾ, ਜਿਨ੍ਹਾਂ ਨੂੰ ਨਵਾਬ ਦਾ ਟਾਈਟਲ ਦਿੱਤਾ ਗਿਆ, ਰਾਈਟ। ਹੁਣ ਇਹਦੇ ਪਿੱਛੇ ਵੀ ਇੱਕ ਸਟੋਰੀ ਹੈ ਕਿ ਕਪੂਰ ਸਿੰਘ ਨੂੰ ਹੀ ਕਿਉਂ ਅਪੋਇੰਟ ਕੀਤਾ ਸਰਬੱਤ ਖਾਲਸਾ ਨੇ। ਕਪੂਰ ਸਿੰਘ ਜੋ ਸੀਗੇ ਉਹ ਬਹੁਤ ਹੀ ਨੋਮੀਨਲ ਬੈਕਗਰਾਊਂਡ ਤੋਂ ਆਉਂਦੇ ਸੀ। ਉਹ ਬਹੁਤ ਹੀ ਰਿਚ ਟਾਈਪ ਫੈਮਿਲੀ ਤੋਂ ਜਾਂ ਰੋਇਲ ਫੈਮਿਲੀ ਤੋਂ ਬਿਲੋਂਗ ਨਹੀਂ ਕਰਦੇ ਸੀ, ਰਾਈਟ। ਸਟਿਲ ਹੀ ਵਾਜ਼ ਚੋਜ਼ਨ, ਕਿਉਂਕਿ ਸਰਬੱਤ ਖਾਲਸਾ ਇਹ ਵੀ ਮੈਸੇਜ ਦੇਣਾ ਚਾਹੁੰਦਾ ਸੀ ਮੁਗਲਾਂ ਨੂੰ ਕਿ ਅਸੀਂ ਤੁਹਾਡੇ ਨਵਾਬ ਦੇ ਟਾਈਟਲ ਨੂੰ ਕੁਛ ਨਹੀਂ ਸਮਝਦੇ, ਅਸੀਂ ਸਿਰਫ ਪੀਸ ਚਾਹੁੰਦੇ ਹਾਂ, ਹਾਰਮਨੀ ਲਈ, ਲੋਕਾਂ ਦੀ ਭਲਾਈ ਲਈ, ਰਾਈਟ। ਸੋ ਮਤਲਬ ਉਹਨਾਂ ਨੇ ਇੱਕ ਨੋਰਮਲ ਇਨਸਾਨ ਨੂੰ ਨਵਾਬ ਦਾ ਟਾਈਟਲ ਦਿਲਾਇਆ, ਟੂ ਨਾਟ ਗਿਵ ਐਨੀ ਵੇਟ ਟੂ ਦੀ ਟਾਈਟਲ, ਠੀਕ ਹੈ, ਤਾਂ ਕਿ ਮੁਗਲ ਇਹ ਨਾ ਸਮਝਣ ਕਿ ਨਵਾਬ ਉਹਨਾਂ ਦੇ ਟਾਈਟਲ ਨੂੰ ਅਸੀਂ ਬਹੁਤ ਵੱਡੀ ਚੀਜ਼ ਮੰਨ ਰਹੇ ਹਾਂ, ਸਾਡੇ ਲਈ ਇਹ ਜਸਟ ਇੱਕ ਪੀਸ ਨੈਗੋਸੀਏਸ਼ਨ ਹੈ, ਰਾਈਟ। ਸੋ ਨਵਾਬ ਕਪੂਰ ਸਿੰਘ ਨਾਓ ਇਮਰਜਡ ਐਜ਼ ਦੀ ਲੀਡਰ ਆਫ ਸਿੱਖ ਧਰਮ, right? Nawab Kapoor Singh now emerged as the leader of Sikh Dharam, and he then divided Sikhs into two groups, two Sikh militia groups, ਜਿਨ੍ਹਾਂ ਦਾ ਨਾਮ ਸੀ ਤਰੁਣਾ ਦਲ ਤੇ ਬੁੱਢਾ ਦਲ, ਤਰੁਣਾ ਦਲ ਐਂਡ ਬੁੱਢਾ ਦਲ। ਬੁੱਢਾ ਦਲ
ਜਾਂ ਨਾਮ ਤੋਂ ਜਿਵੇਂ ਤੁਸੀਂ ਕਹਿ ਸਕਦੇ ਹੋ ਓਲਡ ਆਰਮੀ, ਤਰੁਣਾ ਦਲ ਯਾਨੀ ਕਿ ਯੰਗ ਆਰਮੀ, ਰਾਈਟ। ਤਾਂ ਬੁੱਢਾ ਦਲ ਕਿਆ ਸੀ ਕਿ ਜਿਸ 'ਚ ਪੀਪਲ ਅਬਵ ਦੀ ਏਜ ਆਫ 40 ਵਰ ਇਨਕਲੂਡਡ ਇਨ ਦਿਸ ਗਰੁੱਪ ਬੁੱਢਾ ਦਲ, ਠੀਕ ਹੈ ਜੀ। ਕਿਉਂਕਿ ਹੁਣ ਇਹਨਾਂ ਦੀ ਏਜ ਜ਼ਿਆਦਾ ਹੈ ਤਾਂ ਇਹ ਡਾਇਰੈਕਟਲੀ ਸੋਲਜਰ ਦੀ ਤਰ੍ਹਾਂ, ਫਾਈਟਰ ਦੀ ਤਰ੍ਹਾਂ ਐਕਟ ਨਹੀਂ ਕਰਦੇ, ਤਾਂ ਇਹ ਬੈਕਗਰਾਊਂਡ 'ਚ ਕੰਮ ਕਰਨਗੇ। ਬੈਕਗਰਾਊਂਡ 'ਚ ਕਿਆ ਕੰਮ ਕਰਨਗੇ, ਇਹ ਤਰੁਣਾ ਦਲ ਦੇ ਸੋਲਜਰਸ ਨੂੰ ਟ੍ਰੇਨ ਕਰਨਗੇ, ਇਹ ਗੁਰਦੁਆਰਾ ਦੀ ਰਕਸ਼ਾ ਕਰਨਗੇ, ਇਹ ਸਿੱਖ ਧਰਮ ਦੀ ਭਲਾਈ ਲਈ ਅੱਗੇ ਕੰਮ ਕਰਨਗੇ, ਗੁਰਦੁਆਰਾਸ ਨੂੰ ਬਚਾਉਣਗੇ, ਸਿਟੀਜ਼ ਨੂੰ ਬਚਾਉਣਗੇ, ਲੋਕਾਂ ਨੂੰ ਬਚਾਉਣਗੇ। ਤਾਂ ਮਤਲਬ ਬੈਕਗਰਾਊਂਡ 'ਚ ਜਿੰਨਾ ਕੰਮ ਹੋਊ ਉਹ ਬੁੱਢਾ ਦਲ ਦੁਆਰਾ ਕੀਤਾ ਜਾਊ, ਰਾਈਟ। ਜਿਹੜੀ ਫਰੰਟ 'ਤੇ ਐਕਚੁਅਲ ਲੜਾਈ ਕਰਨੀ ਹੈ, ਜਿਹੜੇ ਕੰਬੈਟ ਟਰੂਪਸ ਹੈ, ਉਹ ਤਰੁਣਾ ਦਲ ਤੋਂ ਆਉਣਗੇ, ਬਿਕੋਜ਼ ਦੀਜ਼ ਆਰ ਯੰਗ ਪੀਪਲ ਹੂ ਆਰ ਲੈਸ ਦੈਨ ਦੀ ਏਜ ਆਫ 40, ਰਾਈਟ। ਸੋ ਦੈਟ ਇਜ਼ ਹਾਊ ਦ ਸਿੱਖ ਧਰਮ ਨਾਓ ਗੋਟ ਡਿਵਾਈਡਡ। ਬੁੱਢਾ ਦਲ ਜਿਹੜੀ ਬੈਕਬੋਨ ਦੀ ਤਰ੍ਹਾਂ ਐਕਟ ਕਰਦੀ ਸੀ, ਤਰੁਣਾ ਦਲ ਜਿਹੜੇ ਆਪਣੇ ਫਰੰਟ 'ਤੇ ਲੜਾਈ ਲੜਨ ਵਾਲੇ ਆਰਮਸ ਦੀ ਤਰ੍ਹਾਂ ਕੰਮ ਕਰਦੇ ਸੀ, ਆਪਣੇ ਆਰਮਸ ਅਤੇ ਲੈਗਸ ਦੀ ਤਰ੍ਹਾਂ ਕੰਮ ਕਰਨਗੇ, ਜਿਹੜੇ ਕਿ ਸਿੱਖ ਧਰਮ ਦੀ ਭਲਾਈ ਲਈ ਆਪਦੀ ਜਾਨ ਵੀ ਗਵਾਉਣਗੇ, ਰਾਈਟ। ਇਹਨਾਂ ਦੇ ਪਰਟੀਕੂਲਰ ਰੀਜਨਸ ਆਫ ਆਪਰੇਸ਼ਨਸ ਵੀ ਸੀਗੇ, ਇੱਥੇ ਤੁਸੀਂ ਦੇਖ ਸਕਦੇ ਹੋ, ਰਾਈਟ। ਨਾਓ ਨਵਾਬ ਕਪੂਰ ਸਿੰਘ ਨੇ ਸਿੱਖ ਧਰਮ ਨੂੰ 2 ਗਰੁੱਪਸ 'ਚ ਡਿਵਾਈਡ ਕੀਤਾ, ਤਰੁਣਾ ਦਲ ਅਤੇ ਬੁੱਢਾ ਦਲ, ਔਨ ਦੀ ਇੰਸਿਸਟੈਂਸ ਆਫ ਜ਼ਕਰੀਆ ਖਾਨ, ਠੀਕ ਹੈ ਜੀ। ਤਾਂ ਪੀਸ ਇਹ ਥੋੜ੍ਹੀ ਦੇਰ ਹੀ ਰਹੀ। ਜ਼ਕਰੀਆ ਖਾਨ ਜਿਹੜਾ ਸੀ ਉਹਨੇ ਪੀਸ ਜ਼ਿਆਦਾ ਦੇਰ ਤੱਕ ਨਹੀਂ ਰੱਖੀ। ਅਗੇਨ ਦੇ ਬ੍ਰੋਕ ਦੇਅਰ ਪ੍ਰੋਮਿਸ ਐਂਡ ਦੇ ਅਗੇਨ ਸਟਾਰਟਿਡ ਅਟੈਕਿੰਗ ਸਿੱਖਸ, ਸਪੈਸ਼ਲੀ ਇਸ ਟਾਈਮ 'ਤੇ ਫੋਰਨ ਇਨਵੇਡਰਸ ਜਿਵੇਂ ਕਿ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਇਹਨਾਂ ਦਾ ਵੀ ਅਟੈਕਿੰਗ ਜਿਹੜੀ ਹੈ ਸ਼ੁਰੂ ਹੋ ਗਈ ਸੀ, ਰਾਈਟ। ਦੇ ਆਲਸੋ ਗੋਟ ਸਕੇਅਰਡ ਬਾਈ ਦੀ ਲੂਟਿੰਗ ਆਫ ਸਿੱਖਸ ਐਂਡ ਉਹਨਾਂ ਨੇ ਵੀ ਛੋਟਾ ਘੱਲੂਘਾਰਾ, ਵੱਡਾ ਕਲਾਕਾਰਾ ਜਿਵੇਂ ਕਹਿ ਰਹੇ ਹਾਂ, ਉਹ ਇੰਸੀਡੈਂਟਸ ਵੀ ਇਸ ਟਾਈਮ 'ਤੇ ਹੋਏ, ਰਾਈਟ। ਤਾਂ ਮਤਲਬ ਸਿੱਖਸ ਅਗੇਨ ਜਿਹੜੇ ਹੈ ਡਿਸਆਰਗੇਨਾਈਜ਼ ਹੋ ਗਏ ਸੀ। ਬਟ ਅਗੇਨ 1948 ਦੇ ਅਰਾਊਂਡ 1748 ਦੇ ਅਰਾਊਂਡ ਜੱਸਾ ਸਿੰਘ ਆਹਲੂਵਾਲੀਆ, ਇੱਕ ਬਹੁਤ ਹੀ ਪ੍ਰੋਮੀਨੈਂਟ ਲੀਡਰ ਆਫ ਪੰਜਾਬ ਸਿੱਖ ਧਰਮ ਐਟ ਦੈਟ ਟਾਈਮ, ਹੀ ਰੀਆਰਗੇਨਾਈਜ਼ਡ ਸਿੱਖਸ ਇਨ ਦੀ ਫਾਰਮ ਆਫ ਦਲ ਖਾਲਸਾ। ਇੱਕ ਸੁਪਰ ਆਰਗੇਨਾਈਜੇਸ਼ਨ ਬਣਾਈ ਗਈ ਦਲ ਖਾਲਸਾ, ਜਿਹਦੇ ਅੰਡਰ ਸਾਰੇ ਸਿੱਖਸ ਨੂੰ ਯੂਨਾਈਟ ਕੀਤਾ ਗਿਆ ਸੋ ਦੈਟ ਦੇ ਆਰ ਏਬਲ ਟੂ ਫਾਈਟ ਦੀ ਅਪੋਜ਼ਿੰਗ ਦੀ ਓਪਰੈਸਿਵ ਪਾਵਰਸ, ਠੀਕ ਹੈ ਜੀ। ਜਿਹੜੀ ਪਹਿਲਾਂ ਡਿਵੀਜ਼ਨ ਸੀ ਉਹ ਕੰਮ ਜ਼ਿਆਦਾ ਦੇਰ ਤੱਕ ਨਹੀਂ ਕਰ ਪਾਈ, ਜਿਹੜੀ ਪੀਸ ਡੀਲ ਸੀ ਉਹ ਜ਼ਿਆਦਾ ਦੇਰ ਤੱਕ ਕੰਮ ਨਹੀਂ ਕਰ ਪਾਈ। ਸੋ ਸਿੱਖਸ ਗੋਟ ਯੂ ਕੈਨ ਸੇ ਡਿਸਯੂਨਾਈਟਿਡ। ਸੋ ਹੁਣ ਦੁਬਾਰਾ ਤੋਂ ਇਹ ਅਟੈਂਪਟ ਕੀਤਾ ਗਿਆ ਜੱਸਾ ਸਿੰਘ ਆਹਲੂਵਾਲੀਆ ਬਾਰੇ, ਇੱਕ ਬਹੁਤ ਹੀ ਇੰਪੋਰਟੈਂਟ ਲੀਡਰ ਜੱਸਾ ਸਿੰਘ ਆਹਲੂਵਾਲੀਆ। ਹੀ ਇਜ਼ ਡਿਫਰੈਂਟ ਫਰੋਮ ਜੱਸਾ ਸਿੰਘ ਰਾਮਗੜੀਆ, ਜਿਹੜਾ ਕਿ ਆਪਾਂ ਲਾਸਟ ਸੈਟਰਡੇ ਦੀ ਪੰਜਾਬ ਐਕਸਕਲੂਸਿਵ ਵੀਡੀਓ 'ਚ ਡਿਸਕਸ ਕੀਤੇ ਹੈ। ਜੱਸਾ ਸਿੰਘ ਰਾਮਗੜੀਆ ਜਿਹੜੇ ਨੇ ਉਹ ਰਾਮਗੜੀਆ ਮਿਸਲ ਦੇ ਹੈੱਡ ਰਹੇ ਨੇ। ਜੱਸਾ ਸਿੰਘ ਆਹਲੂਵਾਲੀਆ ਦਲ ਖਾਲਸਾ ਦੇ ਫਾਊਂਡਰ ਅਤੇ ਆਹਲੂਵਾਲੀਆ ਮਿਸਲ ਦੇ ਫਾਊਂਡਰ ਨੇ, ਰਾਈਟ। ਹੀ ਇਜ਼ ਅ ਵੈਰੀ ਅਗੇਨ ਗ੍ਰੇਟ ਪਰਸਨੈਲਿਟੀ, ਅਤੇ ਜੱਸਾ ਸਿੰਘ ਰਾਮਗੜੀਆ ਵੀ ਗ੍ਰੇਟ ਪਰਸਨੈਲਿਟੀ ਸੀ। ਉਹ ਵੀ ਵੀਡੀਓ ਮੈਂ ਇੱਥੇ ਲਿੰਕ ਕਰ ਦੂੰਗੀ, ਪਲੀਜ਼ ਚੈੱਕ ਦੈਟ ਵੀਡੀਓ ਆਲਸੋ, ਇਟਸ ਵੈਰੀ ਇੰਪੋਰਟੈਂਟ, ਰਾਈਟ। ਤਾਂ ਇਹਨਾਂ ਨੇ ਹੁਣ ਦਲ ਖਾਲਸਾ ਦੀ ਸਥਾਪਨਾ ਕੀਤੀ, ਵਿਚ ਯੂਨਾਈਟਿਡ ਆਲ ਦੀ ਸਿੱਖ ਫੋਰਸਿਸ, ਰਾਈਟ। ਹੌਲੀ ਹੌਲੀ ਕਰਕੇ ਦਲ ਖਾਲਸਾ ਦੇ ਅੰਡਰ ਜੱਥਾਸ ਬਣਨ ਲੱਗ ਗਏ। ਪਹਿਲਾਂ ਕੁਛ 25 ਜੱਥਾਸ ਬਣੇ, ਬਟ ਓਵਰ ਦੀ ਪੀਰੀਅਡ ਆਫ ਟਾਈਮ ਦੀਸ ਵਰ ਰੇਜ਼ਡ ਟੂ 65। ਤਾਂ ਟੋਟਲ 65 ਸਮੋਲ ਗਰੁੱਪਸ ਜਾਂ ਜੱਥਾਸ ਜਿਹੜੇ ਸੀ ਦਲ ਖਾਲਸਾ ਦੇ ਅੰਡਰ ਬਣ ਗਏ। ਦੈਨ ਅਗੇਨ ਦੀਸ ਜੱਥਾਸ ਵਰ ਰੀਆਰਗਨਾਈਜ਼ਡ। ਸਰਬੱਤ ਖਾਲਸਾ ਨੇ ਮੀਟਿੰਗ ਕੀਤੀ ਅਤੇ ਇਹਨਾਂ ਨੂੰ ਫਿਰ ਰੀਆਰਗਨਾਈਜ਼ ਕੀਤਾ ਗਿਆ ਕਿ 65 ਤਾਂ ਬਹੁਤ ਛੋਟੇ ਪਾਰਟਸ ਨੇ, ਇਹਨਾਂ ਨੂੰ ਰੀਆਰਗਨਾਈਜ਼ ਕਰਕੇ ਦੁਬਾਰਾ ਮਿਸਲਸ ਬਣਾ ਦਿੱਤੀਆਂ ਗਈਆਂ। ਮਿਸਲਸ ਕਹਿਣ ਦਾ ਮਤਲਬ ਹੈ, ਮਿਸਲ ਵੈਸੇ ਪ੍ਰੋਪਰਟੀ ਨਾਲ ਵੀ ਰਿਲੇਟ ਹੁੰਦਾ ਹੈ, ਕਨਫੈਡਰੇਸ਼ਨ ਨਾਲ ਰਿਲੇਟ ਹੁੰਦਾ ਹੈ। ਤਾਂ ਕੀ ਕੀਤਾ ਗਿਆ, ਇਹੋ ਜਿਹੇ ਡਿਫਰੈਂਟ ਏਰੀਆਜ਼ ਬਣਾ ਦਿੱਤੇ ਗਏ ਸਿੱਖਿਜ਼ਮ 'ਚ ਜਾਂ ਪੰਜਾਬ 'ਚ, ਤੁਸੀਂ ਕਹਿ ਸਕਦੇ ਹੋ। ਜਿਹੜੀ ਵੀ ਪ੍ਰੋਪਰਟੀ ਸਿਟੀਜ਼ ਸੀਗੀਆਂ ਉਹਨਾਂ ਨੂੰ ਗਰੁੱਪਸ ਵਿੱਚ ਡਿਵਾਈਡ ਕਰ ਦਿੱਤਾ ਗਿਆ, 12 ਗਰੁੱਪਸ ਵਿੱਚ ਡਿਵਾਈਡ ਕਰ ਦਿੱਤਾ ਗਿਆ ਐਂਡ ਇਹਨਾਂ 12 ਗਰੁੱਪਸ ਨੂੰ ਮਿਸਲਸ ਕਿਹਾ ਜਾਣ ਲੱਗ ਪਿਆ, ਰਾਈਟ। ਤਾਂ ਦਲ ਖਾਲਸਾ ਦੀ ਸਥਾਪਨਾ ਜੱਸਾ ਸਿੰਘ ਆਹਲੂਵਾਲੀਆ ਨੇ ਕੀਤੀ ਸੀ ਟੂ ਪ੍ਰੋਵਾਈਡ ਯੂਨਿਟੀ ਟੂ ਦੀ ਸਿੱਖਸ ਐਂਡ ਨਾਓ ਦਲ ਖਾਲਸਾ ਵਿਲ ਗੈਟ ਡਿਵਾਈਡਡ ਇਨਟੂ 12 ਮਿਸਲਸ, ਠੀਕ ਹੈ ਜੀ। ਇਨੀਸ਼ੀਅਲੀ ਜਿਹੜੀ ਫੁਲਕੀਆਂ ਮਿਸਲ ਹੈ ਉਹ ਦਲ ਖਾਲਸਾ ਦੇ ਅੰਡਰ ਨਹੀਂ ਆਉਂਦੀ ਸੀ, ਠੀਕ ਹੈ। ਤਾਂ ਐਗਜ਼ੈਕਟਲੀ ਇਹ 11 ਮਿਸਲਸ 'ਚ ਡਿਵਾਈਡ ਹੋਇਆ ਸੀ। ਫੁਲਕੀਆਂ ਮਿਸਲ ਜਿਹੜੀ ਹੈ ਮੋਸਟਲੀ ਇਹਨਾਂ ਤੋਂ ਦੂਰ ਹੀ ਰਹਿੰਦੀ ਸੀ, ਕਦੀ ਕਦੀ ਤਾਂ ਸਿੱਖ ਧਰਮ ਦੇ ਇਵਨ ਅਗੇਂਸਟ ਵੀ ਕੰਮ ਕਰਦੀ ਸੀ, ਮੁਗਲਸ ਨਾਲ ਮਿਲ ਕੇ ਕੰਮ ਕਰਦੀ ਸੀ। ਦੈਟ ਇਜ਼ ਬਿਕੋਜ਼ ਆਫ ਦੇਅਰ ਪੋਲੀਟੀਕਲ ਰੀਜ਼ਨਸ। ਉਹ ਤੋਂ ਆਪਾਂ ਨੂੰ ਹਜੇ ਕੋਈ ਕੰਸਰਨ ਨਹੀਂ ਹੈ। ਬੇਸਿਕਲੀ ਦਲ ਖਾਲਸਾ ਜਿਹੜਾ ਹੈ ਉਹ ਇਹਨਾਂ ਮਿਸਲਸ 'ਚ ਡਿਵਾਈਡ ਹੋ ਗਿਆ,
ਰਾਈਟ। ਅਤੇ ਜਿਹੜੀਆਂ ਇਹ ਸਾਰੀਆਂ ਮਿਸਲਸ ਹੈ ਇਹਨਾਂ ਨੂੰ ਬੁੱਢਾ ਦਲ ਅਤੇ ਤਰੁਣਾ ਦਲ ਵਿੱਚ ਰੀਓਰਗਨਾਈਜ਼ ਕਰ ਦਿੱਤਾ ਗਿਆ, ਰਾਈਟ। ਸੋ ਇਹ ਮਿਸਲਸ ਬਾਰੇ ਵੀ ਕਦੀ ਪੜ੍ਹਾਂਗੇ ਡਿਟੇਲ ਵਿੱਚ, ਨਾਟ ਨਾਓ। ਫॉर ਨਾਓ ਆਰ ਟਾਰਗੇਟ ਵਾਜ਼ ਟੂ ਅੰਡਰਸਟੈਂਡ ਦਲ ਖਾਲਸਾ। ਸੋ ਦਲ ਖਾਲਸਾ ਵਾਜ਼ ਵਨ ਸਚ ਗਰੁੱਪਿੰਗ that was founded by Jassa Singh Ahluwalia, right, in the mid 18th century ਤੁਸੀਂ ਕਹਿ ਸਕਦੇ ਹੋ, to unite Sikhs under one umbrella grouping so that they can fight the oppressive Mughal forces, right? And this Dal Khalsa later gave birth to all the missiles that we see today. Today I mean which we saw in Sikhism in Punjab, right, which gave rise to the age of missiles as it is called in Punjab, right? That is what is Dal Khalsa, ठीक है जी। ਦਲ ਖਾਲਸਾ, ਤਰੁਣਾ ਦਲ, ਬੁੱਢਾ ਦਲ, ਇਹ ਸਭ ਇਸ ਬਾਰੇ ਨਾਲ ਰਿਲੇਟਡ ਹੈ। ਦੈਟ ਇਜ਼ ਵਾਟ ਆਈ ਕੀਪ ਰੈਫਰਿੰਗ ਟੂ ਇਨ ਦੀ ਕਰੰਟ ਅਫੇਅਰਸ ਡਿਸਕਸ਼ਨ। ਸੋ ਦੈਟ ਇਜ਼ ਆਲ ਅਬਾਊਟ ਦਲ ਖਾਲਸਾ ਐਂਡ ਦ ਗਰੁੱਪਿੰਗਸ। ਇਹਨੂੰ ਇੱਕ ਵਾਰ ਪੜ੍ਹ ਲੈਣਾ ਇਹ ਡਾਕੂਮੈਂਟ ਨੂੰ, ਯੂ ਵਿਲ ਗੈਟ ਟੂ ਨੋ ਅਬਾਊਟ ਦ ਡੀਟੇਲਸ, ਰਾਈਟ। ਇਫ ਯੂ ਹੈਵ ਐਨੀ ਡਾਊਟ ਰਾਈਟ ਟੂ ਮੀ ਔਨ ਦ ਟੈਲੀਗ੍ਰਾਮ ਚੈਨਲ ਔਰ ਵਟਸਐਪ ਕਰੋ, DM ਕਰੋ, ਵਿਲ ਬੀ ਦੇयर ਟੂ ਹੈਲਪ ਯੂ, ਰਾਈਟ। That is all for today. Thank you so much for watching.